ਵਾਹਿਗੁਰੂ ਸਾਹਿਬ ਜੀਓ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਟਾਬੋ ਪ੍ਰਭ ਸੋਗ। ਨਿਥਾਵੇਂ ਕੋ ਤੁਮ ਥਾਨ ਬਠਾਵੋ, ਦਾਸ ਆਪਣੇ ਕੋ ਭਗਤੀ ਲਾਭੋ। ਨਿਥਾਵੇਂ ਕੋ ਤੁਮ ਥਾਨ ਬਠਾਵੋ, ਦਾਸ ਆਪਣੇ ਕੋ ਭਗਤੀ ਲਾਭੋ। ਜੁਗੋ ਜੁਗ ਅਟਲ ਜਬਰ ਤਖਤ ਸ਼ਬਦ ਦੇ ਮਾਲਕ, ਸ਼ਬਦ ਬ੍ਰਹਮ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਜੁੜ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਮਿਹਰਾਮਤ ਦੇ ਸਦਕਾ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ ਹਨ। ਆਓ ਜਿੱਥੋਂ ਕੱਲ ਵਿਚਾਰ ਛੱਡੀ ਸੀ ਉੱਥੋਂ ਅਗਲੀ ਰਹਿਰਾਸ ਸਾਹਿਬ ਜੀ ਦੀ ਵਿਚਾਰ ਆਰੰਭ ਕਰੀਏ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਚਾਰ ਸਾਂਝੀ ਕੀਤੀ ਸੀ ਜਿੱਥੇ ਅਖੀਰ ਛੱਡਿਆ ਸੀਗਾ ਵੀ ਇਹ ਪਾਵਨ ਬਚਨ ਰਹਿਰਾਸ ਸਾਹਿਬ ਜੀ ਦਾ, ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 3 ਵਾਰ ਆਉਂਦਾ ਹੈ ਔਰ ਤਿੰਨੇ ਵਾਰ ਇਹਦੇ ਕੁਝ ਲਫ਼ਜ਼ਾਂ, ਕੁਝ ਮਾਤਰਾਵਾਂ, ਉਹਨਾਂ ਦਾ ਫਰਕ ਹੈ। ਜਪਜੀ ਸਾਹਿਬ ਦੇ ਵਿੱਚ ਮੌਜੂਦ ਸੋਦਰ ਦੀ ਜੋ ਪੌੜੀ ਹੈ 27ਵੀਂ, ਅਤੇ ਰਹਿਰਾਸ ਸਾਹਿਬ ਜੀ ਦਾ ਇਹ ਪਾਵਨ ਬਚਨ ਜੋ ਪਹਿਲਾ ਹੈ, ਇਹਦੇ ਵਿੱਚ 51 ਫਰਕ ਨੇ। ਇਸ ਕਰਕੇ ਇਹ ਤਾਂ ਨੇ ਕਿ ਸਤਿਗੁਰੂ ਮਹਾਰਾਜ ਨੇ ਸਾਨੂੰ ਸਮਝਾਉਣਾ ਕੀਤਾ ਹੈ ਵੀ ਅਸੀਂ ਇਕਾਗਰ ਚਿੱਤ ਹੋ ਕਰਕੇ ਪਾਵਨ ਬਾਣੀ ਨੂੰ ਪੜ੍ਹ ਸਕੀਏ। ਅਕਸਰ ਤੁਸੀਂ ਇਹ ਵੇਖਿਆ ਹੋਵੇਗਾ ਜਾਂ ਤੁਹਾਡੇ ਨਾਲ ਇਹ ਗੱਲ ਵਾਪਰੀ ਹੋਵੇਗੀ, ਤਾਈਓ ਵਿਦਵਾਨ ਪੁਰਸ਼ ਜਿਹੜੇ ਨੇ ਉਹ ਇਹ ਗੱਲ ਤੇ ਉੱਤੇ ਜ਼ੋਰ ਦਿੰਦੇ ਨੇ ਵੀ ਜੇ ਤੁਹਾਡੇ ਕੋਲੋਂ ਗੁਟਕਾ ਹੋਵੇ, ਸਾਧਨ ਹੋਵੇ ਜਿਸ ਦੇ ਉੱਤੋਂ ਤੁਸੀਂ ਪਾਠ ਕਰਨਾ ਹੈ, ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਵੱਧ ਤੋਂ ਵੱਧ ਅਸੀਂ ਦੇਖ ਕੇ ਪਾਠ ਕਰੀਏ। ਉਹਦਾ ਕਾਰਨ ਕੀ ਹੁੰਦਾ ਵੀ ਸਾਡੀ ਅੱਖਾਂ ਦੇ ਸਨਮੁਖ ਉਹ ਪਾਵਨ ਬਾਣੀ ਦੇ ਬਚਨ ਆਉਂਦੇ ਨੇ ਤੇ ਅਸੀਂ ਸ਼ੁੱਧ ਪਾਠ ਕਰ ਸਕਦੇ ਹਾਂ। ਕਈ ਵਾਰ ਆਪਾਂ ਪਾਠ ਕਿਉਂਕਿ ਬਾਰ-ਬਾਰ ਰੋਜ਼ ਕਰਦੇ ਹਾਂ, ਨਿਤ ਦਾ ਨੇਮ ਹੈ, ਤੇ ਸਾਨੂੰ ਯਾਦ ਹੋ ਜਾਂਦਾ। ਜਦੋਂ ਯਾਦ ਹੋ ਜਾਂਦਾ ਫਿਰ ਅਸੀਂ ਦੇਖ ਕੇ ਪਾਠ ਕਰਨ ਦੀ ਬਜਾਏ ਉਂਝ ਪਾਠ ਕਰਦੇ ਹਾਂ। ਤੇ ਫਿਰ ਕੀ ਹੁੰਦਾ ਵੀ ਜਦੋਂ ਸਾਡਾ ਧਿਆਨ ਇਕਾਗਰ ਦੇ ਵਿੱਚ ਨਹੀਂ ਹੁੰਦਾ ਤੇ ਫਿਰ ਕੀ ਹੁੰਦਾ, ਕਈ ਵਾਰ ਕੀ ਹੁੰਦਾ ਵੀ ਅਸੀਂ ਪਾਠ ਜਪਜੀ ਸਾਹਿਬ ਦਾ ਕਰਦੇ ਹੁੰਦੇ ਹਾਂ ਤੇ 27ਵੀਂ ਪੌੜੀ ਸੋਦਰ ਵਾਲੀ ਸਮਾਪਤ ਕਰਦੇ ਹਾਂ, ਤੇ ਫਿਰ ਅਗਲੀ ਪੌੜੀ ਪੜ੍ਹਨੀ ਹੁੰਦੀ ਹੈ ਮੁੰਦਾ ਸੰਤੋਖ, ਪਰ ਉਸ ਦੀ ਜਗ੍ਹਾ ਅਸੀਂ ਆਸਾ ਮਹਿਲਾ ਪਹਿਲਾਂ ਪੜ੍ਹ ਜਾਂਦੇ ਹਾਂ, ਰਹਿਰਾਸ ਵਾਲਾ ਅਗਲਾ ਸ਼ੁਰੂ ਕਰ ਦਿੰਦੇ ਆ। ਜਦੋਂ ਅੱਧਾ ਕੋਈ ਸ਼ਬਦ ਪੜ੍ਹ ਹੋ ਜਾਂਦਾ ਤੇ ਫਿਰ ਸਾਨੂੰ ਪਤਾ ਲੱਗਦਾ ਨਹੀਂ ਅਸੀਂ ਤਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ। ਕਈ ਵਾਰ ਇਹੋ ਜਿਹੀ ਕਹਾਣੀ ਜਿਹੜੀ ਹੈ ਉਹ ਸਾਡੀ ਸ਼ਾਮ ਨੂੰ ਵਾਪਰ ਜਾਂਦੀ ਹੈ। ਕਰਦੇ ਅਸੀਂ ਰਹਿਰਾਸ ਦਾ ਪਾਠ ਹੁੰਦੇ ਹਾਂ, ਜਦੋਂ ਅਸੀਂ ਦੇਖ ਕੇ ਨਹੀਂ ਕਰਦੇ ਤੇ ਸ਼ਬਦ ਮੁਕਾਉਂਦੇ ਹਾਂ, ਤੇ ਸ਼ਬਦ ਮੁਕਾਉਣ ਤੋਂ ਬਾਅਦ ਅਸੀਂ ਮੁੰਦਾ ਸੰਤੋਖ ਪੜ੍ਹਨ ਲੱਗ ਪੈਂਦੇ ਹਾਂ। ਭਾਵ ਜਪਜੀ ਸਾਹਿਬ ਦੀ 28ਵੀਂ ਪੌੜੀ ਸ਼ੁਰੂ ਕਰ ਦਿੰਦੇ ਹਾਂ। ਜਦੋਂ 1-2 ਪੌੜੀਆਂ ਪੜ੍ਹ ਹੁੰਦੀਆਂ ਨੇ ਫਿਰ ਸਾਡੀ ਸੁਰਤ ਆਉਂਦੀ ਹੈ ਇਕਾਗਰ ਦੇ ਵਿੱਚ, ਤੇ ਫਿਰ ਅਸੀਂ ਸੋਚਦੇ ਵੀ ਅਸੀਂ ਤਾਂ ਰਹਿਰਾਸ ਸਾਹਿਬ ਦਾ ਪਾਠ ਕਰਦੇ ਹਾਂ। ਸੋ ਕਹਿਣ ਦਾ ਭਾਵ ਸਿੱਖ ਨੇ ਜਦੋਂ ਵੀ ਬਾਣੀ ਨੂੰ ਪੜ੍ਹਨਾ ਹੈ ਉਹਨੇ ਆਪਣੀ ਸੁਰਤ ਨੂੰ ਸ਼ਬਦ ਦੇ ਵਿੱਚ ਜੋੜ ਕੇ ਪੜ੍ਹਨਾ ਹੈ, ਕਿਉਂਕਿ 3 ਹਾਜ਼ਰੀਆਂ ਬਹੁਤ ਜ਼ਰੂਰੀ ਨੇ। ਇੱਕ ਮਨੁੱਖ ਦੇ ਮਨ ਦੀ ਹਾਜ਼ਰੀ ਬਹੁਤ ਜ਼ਰੂਰੀ ਹੈ। ਦੂਜੀ ਗੱਲ, ਮਨੁੱਖ ਨੂੰ ਅਹਿਸਾਸ ਹੋਵੇ ਵੀ
ਜੋ ਬਾਣੀ ਪੜ੍ਹਦੇ ਆ ਗੁਰੂ ਸਾਹਿਬਾਨ ਦੀ ਉਚਾਰਨ ਕੀਤੀ, ਗੁਰੂ ਸਾਹਿਬਾਨ ਹਾਜ਼ਰ ਨਾਜ਼ਰ, ਸ਼ਬਦ ਗੁਰੂ ਹਾਜ਼ਰ ਨਾਜ਼ਰ ਹੈ। ਔਰ ਤੀਸਰੀ ਗੱਲ, ਜਿਹਦੇ ਸੰਬੰਧ ਵਿੱਚ ਅਸੀਂ ਪੜ੍ਹਦੇ ਹਾਂ, ਕਿਉਂਕਿ ਇਹ ਰੱਬੀ ਬਾਣੀ ਦੇ ਗੁਣ ਨੇ, ਤੇ ਸਾਨੂੰ ਇਹ ਵੀ ਮਨ ਦੇ ਵਿੱਚ ਅਹਿਸਾਸ ਹੋਣਾ ਚਾਹੀਦਾ ਹੈ ਵੀ ਉਹ ਪਰਮੇਸ਼ਰ ਵੀ ਹਾਜ਼ਰ ਨਾਜ਼ਰ ਹੈ। ਜਦੋਂ ਆ ਤਿੰਨ ਹਾਜ਼ਰੀਆਂ ਸਾਡੇ ਮਨ ਦੀਆਂ, ਗੁਰੂ ਦੇ ਸ਼ਬਦ ਦੀਆਂ ਤੇ ਪਰਮੇਸ਼ਰ ਦੀਆਂ, ਇਹ ਅਹਿਸਾਸ ਹੋਣ ਲੱਗ ਪਏਗਾ, ਫਿਰ ਸਾਡਾ ਧਿਆਨ ਜਿਹੜਾ ਹੈ ਉਹ ਭਟਕੇਗਾ ਨਹੀਂ। ਕਿਉਂਕਿ ਬਹੁਤਾਤ ਵਿੱਚ ਸੱਜਣ ਇਹ ਸਵਾਲ ਕਰਦੇ ਨੇ ਵੀ ਬਾਣੀ ਤੇ ਅਸੀਂ ਪੜ੍ਹਦੇ ਹਾਂ, ਪਰ ਬਾਣੀ ਪੜ੍ਹਨ ਦੇ ਵਕਤ ਮਨ ਸਾਡਾ ਜੁੜਦਾ ਨਹੀਂ ਹੈ, ਮਨ ਕਿਤੇ ਹੋਰ ਚਲਾ ਜਾਂਦਾ। ਪਰ ਖਿਆਲ ਕਰਨਾ, ਜਦੋਂ ਆਪਾਂ ਆਹ ਹਾਜ਼ਰੀਆਂ ਤਿੰਨ ਮਹਿਸੂਸ ਕਰਨ ਲੱਗ ਪਵਾਂਗੇ, ਫਿਰ ਸਾਡਾ ਮਨ ਭਟਕੇਗਾ ਨਹੀਂ, ਫਿਰ ਸਾਡਾ ਮਨ ਇਕਾਗਰ ਹੋ ਕੇ ਬਾਣੀ ਨੂੰ ਪੜ੍ਹੇਗਾ। ਰਹੋ ਵਿਚਾਰ, ਸਤਿਗੁਰੂ ਮਹਾਰਾਜ ਨੇ ਇਹ ਪਾਵਨ ਸ਼ਬਦ ਜਿਹੜਾ ਹੈ ਉਹ 3 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ, ਅਤੇ ਇਸ ਪਾਵਨ ਬਚਨ ਦੀ ਵਿਚਾਰ ਆਪਾਂ ਆਰੰਭ ਕਰਨੀ ਹੈ। ਰਹਿਰਾਸ ਸਾਹਿਬ ਦਾ ਇਹ ਪਾਵਨ ਪਹਿਲਾ ਬਚਨ ਹੈ। ਬਾਕੀ ਵਿਚਾਰਾਂ ਆਪਾਂ ਕੱਲ ਸਾਂਝੀਆਂ ਕਰ ਲਈਆਂ ਸਨ ਕਿ ਕਿਵੇਂ ਇਹ ਪਾਵਨ ਬਾਣੀ ਦਾ ਨਾਮ ਰਹਿਰਾਸ ਪਿਆ। ਪੁਰਾਣੇ ਸਮੇਂ ਦੇ ਵਿੱਚ ਇਹਦਾ ਬਾਣੀ ਦਾ ਨਾਮ ਸੋਦਰ ਸੀ। ਕਿਉਂ ਸੀ? ਕਿਉਂਕਿ ਇਹਦਾ ਹੈਡਿੰਗ ਸਤਿਗੁਰੂ ਮਹਾਰਾਜ ਜੀ ਨੇ ਜੋ ਹੈ ਉਹ ਸੋਦਰ ਇਸ ਪਹਿਲੇ ਸ਼ਬਦ ਦੇ ਵਿੱਚ ਆਰੰਭ ਦੇ ਵਿੱਚ ਦਿੱਤਾ ਹੈ। ਬਾਣੀ ਆਰੰਭ ਹੁੰਦੀ ਹੈ, ਸੋਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਸੋਦਰ ਜੋ ਹੈ ਇਹ ਪਾਵਨ ਬਾਣੀ ਦਾ ਹੈਡਿੰਗ ਹੈ, ਕਿਉਂਕਿ ਇਹਦੇ ਵਿੱਚ ਰਹਾਉ ਵਾਲਾ ਬੰਦ ਨਹੀਂ, ਇਸ ਸ਼ਬਦ ਦੇ ਵਿੱਚ ਰਹਾਉ ਵਾਲਾ ਬੰਦ ਨਹੀਂ ਹੈ। ਨਹੀਂ ਤੇ ਬਹੁਤ ਸ਼ਬਦਾਂ ਦੇ ਵਿੱਚ ਲਗਭਗ 95% ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੇ, ਉਹਨਾਂ ਦੇ ਵਿੱਚ ਰਹਾਉ ਵਾਲਾ ਬੰਦ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਨੇ ਅੰਕਿਤ ਕੀਤਾ, ਜੋ ਕਿ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਕੁਝ ਕੁ ਸ਼ਬਦਾਂ ਦੇ ਵਿੱਚ ਰਹਾਉ ਵਾਲਾ ਬੰਦ ਸਤਿਗੁਰੂ ਨੇ ਨਹੀਂ ਦਰਜ ਕੀਤਾ। ਇਸ ਸ਼ਬਦ ਦੇ ਵਿੱਚ ਵੀ ਰਹਾਉ ਵਾਲਾ ਬੰਦ ਨਹੀਂ ਹੈ, ਤੇ ਇਹਦਾ ਹੈਡਿੰਗ ਜਿਹੜਾ ਹੈ ਉਹ ਸਤਿਗੁਰੂ ਮਹਾਰਾਜ ਨੇ ਆਰੰਭ ਦੇ ਵਿੱਚ ਲਿਖ ਦਿੱਤਾ, ਸੋ ਦਰ। ਦਰ ਦਾ ਮਤਲਬ ਹੁੰਦਾ ਦਰਵਾਜ਼ਾ। ਉਹ ਦਰਵਾਜ਼ਾ ਇਸ ਪਾਵਨ ਬਚਨ ਦਾ ਹੈਡਿੰਗ ਹੈ, ਰਾਗ ਆਸਾ। ਇਹ ਰਾਗ ਦਾ ਨਾਮ ਹੈ ਆਸਾ। ਮਹੱਲਾ ਪਹਿਲਾ। ਮਹੱਲਾ ਪਹਿਲਾ ਦਾ ਅਰਥ ਹੈ ਵੀ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਹੈ। ਕਿਉਂਕਿ ਗੁਰੂ ਸਾਹਿਬਾਨ 6 ਗੁਰੂ ਸਾਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਤੇ ਗੁਰੂ ਸਾਹਿਬਾਨਾਂ ਦਾ ਨਾਮ ਨਹੀਂ ਦਿੱਤਾ। ਜਿਵੇਂ ਆਪਾਂ 15 ਭਗਤਾਂ ਦੀ ਜਦੋਂ ਬਾਣੀ ਨੂੰ ਪੜ੍ਹਦੇ ਹਾਂ, ਤੇ ਉਹਨਾਂ ਦੀ ਬਾਣੀ ਜਦੋਂ ਆਰੰਭ ਹੁੰਦੀ ਹੈ, ਰਾਗ ਤੋਂ ਬਾਅਦ ਫਿਰ ਭਗਤ ਦਾ ਨਾਮ ਆਉਂਦਾ ਪਹਿਲਾਂ, ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ। ਜੇ ਭਗਤ ਕਬੀਰ ਜੀ ਦਾ ਪਾਵਨ ਬਚਨ ਹੈ ਤੇ ਮਾਨੋ ਰਾਸਾ ਰਾਗ ਦੇ ਵਿੱਚ ਹੈ, ਤੇ ਉੱਥੇ ਆਏਗਾ ਰਾਗ ਆਸਾ ਭਗਤ ਕਬੀਰ ਜੀ। ਰਵਿਦਾਸ ਜੀ ਦਾ ਸ਼ਬਦ ਹੋਵੇਗਾ ਤੇ ਰਵਿਦਾਸ ਜੀ ਆਵੇਗਾ। ਭਗਤ ਧੰਨਾ ਜੀ ਦਾ ਹੋਵੇਗਾ ਸ਼ਬਦ ਤੇ ਭਗਤ ਧੰਨਾ ਜੀ ਆਵੇਗਾ। ਪਰ ਗੁਰੂ ਸਾਹਿਬਾਨਾਂ ਨੇ ਨਾਮ ਨਹੀਂ ਦਰਜ ਕੀਤਾ। ਔਰ ਨਾਲ ਹੀ ਇਹ ਵੀ ਗੱਲ ਨੋਟ ਕਰਿਓ ਵੀ ਜਿਤਨੀ ਵੀ 6 ਗੁਰੂ ਸਾਹਿਬਾਨਾਂ ਦੀ ਪਾਵਨ ਬਾਣੀ ਹੈ, ਇਹਦੇ ਅਖੀਰ ਦੇ ਵਿੱਚ ਵੀ ਵੱਖ-ਵੱਖ ਗੁਰੂ ਸਾਹਿਬਾਨ ਦਾ ਨਾਮ ਨਹੀਂ ਆਇਆ। ਸਾਰੇ ਸ਼ਬਦਾਂ ਦੇ ਵਿੱਚ ਨਾਨਕ ਨਾਮ ਜੋ ਹੈ ਉਹ ਵਰਤਿਆ ਗਿਆ ਹੈ। ਸੋ ਇਸ ਗੱਲ ਨੂੰ ਨਖੇੜਨ ਦੇ ਵਾਸਤੇ ਵੀ ਇਹ ਕਿਹੜੇ ਗੁਰੂ ਸਾਹਿਬਾਨ ਦੀ ਪਾਵਨ ਬਾਣੀ ਹੈ, ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਤੇ ਉਸ ਵਕਤ ਇਹ ਹੈਡਿੰਗ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤੇ ਹੋਏ ਨੇ। ਰਾਗ ਆਸਾ ਮਹੱਲਾ ਪਹਿਲਾ, ਇਹ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੈਡਿੰਗ ਦਿੱਤੇ ਹੋਏ ਨੇ। ਅੱਗੇ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ। ਪਰਮੇਸ਼ਰ ਜਿਹੜਾ ਹੈ ਉਹ ਇੱਕ ਹੈ। ਓੰਕਾਰ ਦਾ ਮਤਲਬ ਵੀ ਉਹ ਪਰਮੇਸ਼ਰ ਸਦੀਵੀ ਲਗਾਤਾਰ ਹਰੇਕ ਜਗ੍ਹਾ ਦੇ ਉੱਤੇ ਮੌਜੂਦ ਹੈ।
ਸਤ, ਸਤ ਦਾ ਮਤਲਬ ਸਦੀਵੀ ਰਹਿਣ ਵਾਲਾ। ਅੱਗੇ ਹੈ ਗੁਰ ਪ੍ਰਸਾਦ। ਪ੍ਰਸਾਦ ਦਾ ਮਤਲਬ ਹੈ ਕਿਰਪਾ। ਉਚਾਰਨ ਵਕਤ ਵੀ ਆਪਾਂ ਧਿਆਨ ਰੱਖਣਾ ਹੈ ਵੀ ਇੱਥੇ ਪ੍ਰਸਾਦ ਸ਼ਬਦ ਨਹੀਂ ਪੜਨਾ। ਜੇ ਬਿੰਦੀ ਲਾ ਦਾਂਗੇ ਤੇ ਫਿਰ ਛਕਣ ਵਾਲਾ ਪ੍ਰਸਾਦ ਬਣ ਜਾਏਗਾ। ਇਸ ਕਰਕੇ ਪ੍ਰਸਾਦ ਸ਼ਬਦ ਪੜਨਾ, ਗੁਰ ਪ੍ਰਸਾਦ। ਇਹ ਸਭ ਤੋਂ ਛੋਟੇ ਰੂਪ ਦੇ ਵਿੱਚ ਮੂਲ ਮੰਤਰ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚ 567 ਵਾਰੀ ਮੂਲ ਮੰਤਰ ਆਇਆ, 33 ਵਾਰ ਸੰਪੂਰਨ ਆਇਆ। ਬਾਕੀ ਵੱਖ-ਵੱਖ ਰੂਪਾਂ ਦੇ ਵਿੱਚ ਤੇ ਜਿਹੜਾ ਰੂਪ ਹੁਣ ਆਪਾਂ ਸਾਂਝ ਕੀਤੀ ਹੈ ਇਹ ਆਇਆ 524 ਵਾਰੀ। ਟੋਟਲ ਜਿਹੜਾ ਹੈ ਵੱਖ-ਵੱਖ ਸਰੂਪ 567 ਵਾਰੀ ਹੈ ਤੇ ਸਭ ਤੋਂ ਛੋਟਾ ਜਿਹੜਾ ਸਰੂਪ ਹੈ ਇੱਕ ਓੰਕਾਰ ਸਤ ਗੁਰ ਪ੍ਰਸਾਦ, ਇਹ 524 ਵਾਰੀ ਹੈ। ਹੁਣ ਸਤਿਗੁਰੂ ਮਹਾਰਾਜ ਨੇ ਇਹ ਪਾਵਨ ਬਚਨ ਬਾਰ-ਬਾਰ ਗੁਰਬਾਣੀ ਦੇ ਵਿੱਚ ਅੰਕਿਤ ਕੀਤਾ, ਇਹ ਮੂਲ ਮੰਤਰ। ਕਿਉਂਕਿ ਸਤਿਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਬਾਣੀ ਤੁਸੀਂ ਕਿਸੇ ਵੀ ਮਹਾਪੁਰਸ਼ ਦੀ ਪੜ੍ਹ ਲਵੋ, ਪਰ ਤੁਹਾਨੂੰ ਜੁੜਨਾ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਦੇ ਨਾਲ ਹੈ। ਤੁਸੀਂ ਇਬਾਦਤ ਜਿਹੜੀ ਹੈ ਉਹ ਇੱਕ ਅਕਾਲ ਪੁਰਖ ਦੀ ਕਰਨੀ। ਬਾਰ-ਬਾਰ ਸਤਿਗੁਰੂ ਮਹਾਰਾਜ ਨੇ ਉਸ ਪਰਮੇਸ਼ਰ ਦੇ ਗੁਣਾਂ ਨੂੰ ਦਰਜ ਜਿਹੜਾ ਹੈ ਉਹ ਕੀਤਾ ਹੈ। ਅੱਗੇ ਪਾਵਨ ਬਾਣੀ ਆਰੰਭ ਹੁੰਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੋ ਦਰ ਤੇਰਾ ਕੀਹਾ, ਸੋ ਘਰ ਕੀਹਾ, ਜਿਤ ਬਹਿ ਸਰਬ ਸੰਭਾਲੇ, ਸੋ ਦਰ। ਇਸ ਪਾਵਨ ਅੱਖਰ ਨੂੰ ਜਿਹੜਾ ਹੈ ਇਕੱਠਾ ਨਹੀਂ ਪੜਨਾ, ਸੋ ਦਰ ਇਕੱਠਾ ਨਹੀਂ ਪੜਨਾ, ਸੋ ਦਰ ਨਿਖੇੜ ਕੇ ਪੜਨਾ ਹੈ। ਦਰ ਦਾ ਮਤਲਬ ਅਸੀਂ ਪਹਿਲਾਂ ਸਮਝ ਲਿਆ, ਦਰਵਾਜ਼ਾ। ਤੇਰਾ ਕੀਹਾ, ਕੀਹਾ ਦਾ ਮਤਲਬ ਕਿਹੋ ਜਿਹਾ ਅਚਰਜ ਹੈ। ਸੋ ਘਰ ਕੀਹਾ, ਵੀ ਤੇਰਾ ਘਰ ਕਿਹੋ ਜਿਹਾ ਹੈ। ਜਿਤ ਬਹਿ ਸਰਬ ਸੰਭਾਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਐ ਪਰਮੇਸ਼ਰ ਤੇਰੇ ਘਰ ਦਾ ਉਹ ਕਿਹੋ ਜਿਹਾ ਅਚਰਜ ਘਰ ਤੇ ਦਰ ਹੈ, ਜਿਹਦੇ ਵਿੱਚ ਬੈਠ ਕਰਕੇ ਜਿਤ ਬਹਿ ਸਰਬ ਸੰਭਾਲੇ, ਸਾਰੇ ਜੀਵਾਂ ਦੀ ਤੂੰ ਸੰਭਾਲ ਕਰਦਾ ਪਿਆ ਹੈ। ਹੁਣ ਸਤਿਗੁਰੂ ਮਹਾਰਾਜ ਦੀ ਹੀ ਪਾਵਨ ਬਾਣੀ ਸਾਨੂੰ ਸਮਝਾਉਣਾ ਕਰਦੀ, ਕਿਉਂਕਿ ਮਨੁੱਖ ਦੇ ਮਨ ਵਿੱਚ ਸਵਾਲ ਪੈਦਾ ਹੋਵੇਗਾ ਵੀ ਰੱਬ ਦਾ ਵੀ ਕੋਈ ਘਰ ਹੈ, ਵੀ ਰੱਬ ਵੀ ਕਿਤੇ ਰਹਿੰਦਾ ਹੈ। ਸਤਿਗੁਰੂ ਦੀ ਪਾਵਨ ਬਾਣੀ ਦੇ ਕੋਲੋਂ ਜਦੋਂ ਆਪਾਂ ਅਗਵਾਈ ਲਈਏ ਤੇ ਸਤਿਗੁਰੂ ਦੀ ਪਾਵਨ ਬਾਣੀ ਹੀ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਆਪੀ ਨੇ ਆਪ ਉਹਨੇ ਜਿਹੜਾ ਹੈ ਰਚਨਾ ਕੀਤੀ ਹੈ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ, ਕਰ ਆਸਣ ਡਿਠੋਂ ਚਾਓ। ਵੀ ਉਹ ਪਰਮੇਸ਼ਰ ਨੇ ਜਿਹੜੀ ਸਾਜਣਾ ਕੀਤੀ ਹੈ ਉਹਦੀ ਆਪਣੇ ਆਪ ਤੋਂ ਹੈ। ਫਿਰ ਦੂਜੀ ਗੱਲ ਉਹਨੇ ਕੁਦਰਤ ਸਾਜੀ ਹੈ, ਜਿਹਦੀ ਗੱਲ ਹੁਣ ਅੱਗੇ ਆਉਣੀ ਇਸ ਪਾਵਨ ਬਚਨ ਦੇ ਵਿੱਚ। ਜਿਤਨੀ ਵੀ ਕੁਦਰਤ ਉਸ ਮਾਲਕ ਨੂੰ ਗਾ ਰਹੀ ਹੈ ਉਹਦਾ ਜ਼ਿਕਰ ਆਉਣਾ ਅੱਗੇ ਪਾਵਨ ਬਚਨ ਦੇ ਵਿੱਚ। ਉਹ ਪਰਮੇਸ਼ਰ ਨੇ ਪੈਦਾ ਕੀਤੀ ਹੈ। ਦੁਈ ਕੁਦਰਤ ਸਾਜੀਏ, ਫਿਰ ਕੀਤਾ ਕਿ ਕਰ ਆਸਣ ਡਿਠੋਂ ਚਾਓ। ਆਸਣ ਦਾ ਮਤਲਬ ਬਹਿਣਾ, ਆਸਣ ਲਾ ਲੈਣਾ। ਵੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਹੈ ਉਹ ਉਸ ਰਚਨਾ ਦੇ ਵਿੱਚ ਆਸਣ ਲਾ ਕੇ ਬੈਠਾ ਹੋਇਆ ਤੇ ਚਾਅ ਦੇ ਨਾਲ ਬੈਠਾ ਹੋਇਆ। ਇਹਦਾ ਮਤਲਬ ਹੋਇਆ ਵੀ ਉਹ ਪਰਮੇਸ਼ਰ ਦਾ ਘਰ ਜਿਹੜਾ ਹੈ ਨਾ, ਇਹ ਸਾਰਾ ਸੰਸਾਰ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਇਹ ਜਗ, ਆ ਸੰਸਾਰ, ਜਗ ਕਹਿੰਦੇ ਨੇ ਸੰਸਾਰ, ਇਹ ਜਗ ਸੱਚੇ ਕੀ ਹੈ ਕੋਠੜੀ। ਕੋਠੜੀ ਦਾ ਮਤਲਬ ਸਮਝਦੇ ਆ ਆਪਾਂ ਰਹਿਣ ਵਾਲਾ ਸਥਾਨ। ਕੋਠਾ ਵੀ ਕਹਿ ਦਿੰਦੇ ਆ, ਕੋਠੀ ਵੀ ਕਹਿ ਦਿੰਦੇ ਆ, ਕੋਠੜੀ ਵੀ ਕਹਿ ਦਿੰਦੇ ਹਾਂ। ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਵਾਸ ਦਾ ਮਤਲਬ ਵਾਸਾ ਕਰਨਾ, ਰਹਿਣਾ। ਸਾਹਿਬ ਕਹਿੰਦੇ ਨੇ ਵੀ ਇਹ ਸਾਰਾ ਸੰਸਾਰ ਉਸ ਮਾਲਕ ਦੀ ਕੋਠੀ ਹੈ ਤੇ ਉਹਦਾ ਇਹਦੇ ਵਿੱਚ ਵਾਸ ਹੈ। ਫਿਰ ਇਹ ਸੰਸਾਰ ਕਿਹੋ ਜਿਹਾ ਅਚਰਜ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹਦੇ ਵਿੱਚ ਉਹ ਪਰਮੇਸ਼ਰ ਬੈਠ ਕੇ ਸਾਰੇ ਜੀਵਾਂ ਦੀ
ਸੰਭਾਲ ਪਿਆ ਕਰਦਾ ਹੈ। ਤੇ ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣ ਹਾਰੇ। ਉਸ ਰਚਨਾ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਅਣਗਿਣਤ ਸ਼ਬਦ ਇੱਥੇ ਆਇਆ ਹੈ ਅਸੰਖਾਂ। ਗਿਣਤੀ ਦਾ ਅਖੀਰਲਾ ਅੱਖਰ ਹੁੰਦਾ ਸੰਖ। ਲਫ਼ਜ਼ ਦੇ ਨਾਲ ਆਪਾਂ ਗਿਣਤੀ ਗਿਣਦੇ, ਅਖੀਰਲਾ ਅੱਖਰ ਹੈ। ਪਰ ਇੱਥੇ ਸਤਿਗੁਰੂ ਮਹਾਰਾਜ ਨੇ ਸੰਖ ਦੇ ਅੱਗੇ ਵੀ ਐੜਾ ਅਗੇਤਰ ਲਾ ਦਿੱਤਾ, ਭਾਵ ਅਣਗਿਣਤ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਤੇਰੀ ਉਸ ਦਰ ਦੇ ਉੱਤੇ ਅਣਗਿਣਤ, ਨਾਦ ਦਾ ਮਤਲਬ ਸ਼ਬਦ, ਸ਼ਬਦ ਜਿਹੜੇ ਨੇ ਉਹ ਵਜਾਉਣ ਵਾਲੇ ਨੇ। ਕੀਤੇ ਤੇਰੇ ਵਾਵਣਹਾਰੇ, ਉਹਨਾਂ ਸ਼ਬਦਾਂ ਨੂੰ ਜਿਹੜਾ ਹੈ ਉਹ ਵਜਾਉਣ ਵਾਲੇ ਨੇ। ਕੀਤੇ ਤੇਰੇ ਰਾਗ ਪਰੀ ਸੋ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕੀਤੇ ਤੇਰੇ ਰਾਗ ਪਰੀ ਸੋ ਕਹੀਐ। ਸ਼ਬਦ ਆਇਆ ਇੱਥੇ ਪਰੀ। ਪਰੀ ਦਾ ਸ਼ਬਦ ਜਦੋਂ ਆਉਂਦਾ ਤੇ ਸਾਡੇ ਮਨ ਦੇ ਵਿੱਚ, ਕਿਉਂਕਿ ਅਸੀਂ ਬਚਪਨ ਦੇ ਵਿੱਚ ਬੜੀਆਂ ਕਹਾਣੀਆਂ ਮਾਪਿਆਂ ਦੇ ਕੋਲੋਂ ਸੁਣੀਆਂ ਹੋਈਆਂ ਪਰੀਆਂ ਦੀਆਂ, ਤੇ ਸਾਡਾ ਧਿਆਨ ਇੱਕਦਮ ਉਹ ਦੋ ਖੰਭਾਂ ਵਾਲੀਆਂ ਪਰੀਆਂ ਵੱਲ ਚਲਾ ਜਾਂਦਾ। ਪਰ ਇੱਥੇ ਪਰੀ ਦਾ ਇੱਥੇ ਅਰਥ ਹੈ ਰਾਗ ਦੇ ਘਰ ਵਾਲੀਆਂ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹਾਂ ਤੇ ਅਖੀਰ ਵਿੱਚ ਰਾਗਮਾਲਾ ਆਉਂਦੀ, ਉਹਦੇ ਵਿੱਚ ਵੀ ਅੰਕਿਤ ਹੈ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪੇ ਆਠੋ ਨੰਦਨ। ਵੀ ਉਹਨਾਂ ਰਾਗਾਂ ਦੀਆਂ 5-5 ਇਸਤਰੀਆਂ ਨੇ ਤੇ 8-8 ਪੁੱਤਰ ਨੇ। ਭਾਵ ਪਰੀ ਤੋਂ ਕਹਿਣ ਦਾ ਭਾਵ ਰਾਗਣੀਆਂ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਰਾਗ ਤੇ ਰਾਗਣੀਆਂ ਜਿਹੜੀਆਂ ਨੇ ਉਹ ਤੇਰੇ ਦਰ ਦੇ ਉੱਤੇ ਤੈਨੂੰ ਗਾਉਂਦੀਆਂ ਨੇ। ਕੀਤੇ ਰਾਗ ਪਰੀ ਸਿਉ ਕਹੀਐ, ਕੀਤੇ ਤੇਰੇ ਗਾਵਣ ਹਾਰੇ, ਕਈ ਗਾਵਣ ਵਾਲੇ ਨੇ। ਹੁਣ ਅੱਗੇ ਸਤਿਗੁਰੂ ਮਹਾਰਾਜ ਨੇ ਆਪਣੀ ਜਿਹੜੀ ਸਾਜੀ ਹੋਈ ਕੁਦਰਤ ਹੈ, ਉਹ ਕੁਦਰਤ ਦੇ ਤੱਤ ਜਿਹੜੇ ਨੇ ਉਹ ਮਾਲਕ ਨੂੰ ਗਾ ਰਹੇ ਨੇ। ਉਹਨਾਂ ਦਾ ਜ਼ਿਕਰ ਹੁਣ ਸਤਿਗੁਰੂ ਮਹਾਰਾਜ ਕਰਨ ਜਾ ਰਹੇ ਨੇ। ਸਾਹਿਬ ਕਹਿੰਦੇ ਨੇ, ਗਾਵਣ ਤੁਧ ਨੂੰ ਪਵਨ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗਾਵਣ ਤੁਧ ਨੂੰ ਪਵਨ ਪਾਣੀ ਬੈਸੰਤਰ। ਉਸ ਮਾਲਕ ਨੂੰ, ਪਵਨ ਦਾ ਮਤਲਬ ਹਵਾ। ਜਦੋਂ ਅਸੀਂ ਜਪਜੀ ਸਾਹਿਬ ਦੇ ਵਿੱਚ ਸਵੇਰ ਨੂੰ ਪੜਾਂਗੇ ਤੇ ਉੱਥੇ ਪੌਣ ਸ਼ਬਦ ਆਏਗਾ, ਇੱਥੇ ਆਏਗਾ ਪਵਨ। ਇਹ ਧਿਆਨ ਰੱਖਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਸ ਮਾਲਕ ਨੂੰ ਗਾ ਰਹੇ ਨੇ, ਹਵਾ ਵੀ ਗਾ ਰਹੀ ਹੈ, ਪਾਣੀ ਵੀ ਗਾ ਰਿਹਾ ਹੈ। ਬਸੰਤਰ ਦਾ ਮਤਲਬ ਹੁੰਦਾ ਅੱਗ। ਉਸ ਮਾਲਕ ਨੂੰ ਅੱਗ ਜਿਹੜੀ ਹੈ ਉਹ ਵੀ ਗਾ ਰਹੀ ਹੈ। ਗਾਵੇ ਰਾਜਾ ਧਰਮ ਦੁਆਰੇ। ਧਰਮ ਰਾਜਾ ਜਿਹੜਾ ਹੈ, ਜੋ ਹਿੰਦੂ ਮਿਥਿਹਾਸ ਦੇ ਵਿੱਚ ਧਰਮ ਰਾਜ ਜੀਵਾਂ ਦੇ ਲਿਖੇ ਹੋਏ ਕਰਮਾਂ ਦਾ ਹਿਸਾਬ ਕਰਦਾ ਹੈ। ਜੋ ਅੱਗੇ ਗੱਲ ਆਉਣੀ ਹੈ ਵੀ ਕੌਣ ਲਿਖਦਾ ਹੈ, ਉਹਨਾਂ ਲਿਖੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਜਿਹੜਾ ਕਰਦਾ ਉਹਨੂੰ ਧਰਮ ਰਾਜਾ ਕਹਿੰਦੇ ਨੇ। ਸਾਹਿਬ ਕਹਿਣ ਲੱਗੇ, ਉਹ ਵੀ ਮਾਲਕ ਪਰਮੇਸ਼ਰ ਨੂੰ ਗਾ ਰਿਹਾ ਹੈ। ਗਾਵੇ ਰਾਜਾ ਧਰਮ ਦੁਆਰੇ। ਤੇਰੇ ਦੁਆਰੇ ਦੇ ਉੱਤੇ ਖਲੋ ਕਰਕੇ ਧਰਮ ਰਾਜਾ ਵੀ ਤੈਨੂੰ ਜਿਹੜਾ ਹੈ ਉਹ ਗਾ ਰਿਹਾ ਹੈ। ਗਾਵਣ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਇੱਥੇ ਉਚਾਰਨ ਪੱਖ ਤੋਂ ਧਿਆਨ ਰੱਖਣਾ। ਜਾਣਨ, ਆਪਾਂ ਅਣਜਾਣੇ ਦੇ ਵਿੱਚ ਜਾਣਨ ਸ਼ਬਦ ਪੜ੍ਹ ਜਾਂਦੇ ਆ, ਪਰ ਜਦੋਂ ਤੁਸੀਂ ਗੁਟਕੇ ਤੇ ਧਿਆਨ ਮਾਰੋਗੇ ਤੇ ਨਾਣਾ ਪਹਿਲਾਂ ਆ, ਨੰਨਾ ਬਾਅਦ ਵਿੱਚ ਹੈ। ਜਾਣਨ, ਨਾਣਾ ਪਹਿਲਾਂ ਬੋਲਣਾ। ਆਪਾਂ ਜਾਣਨ ਸ਼ਬਦ ਪੜ੍ਹ ਜਾਂਦੇ ਆ, ਜੋ ਕਿ ਉਚਾਰਨ ਗਲਤ ਹੈ। ਇਸ ਗੱਲ ਵੱਲ ਆਪਾਂ ਧਿਆਨ ਦੇਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਚਿੱਤ ਗੁਪਤ ਲਿਖ ਜਾਣਨ। ਉਸ ਮਾਲਕ ਨੂੰ, ਪਰਮੇਸ਼ਰ ਨੂੰ, ਚਿੱਤਰ ਤੇ ਗੁਪਤ, ਜਿਹੜੇ ਦੋ ਧਰਮ ਰਾਜੇ ਦੇ ਵਜ਼ੀਰ ਨੇ, ਉਹ ਉਹਦੇ ਪਰਮੇਸ਼ਰ ਦੇ ਸਾਜੇ ਹੋਏ ਨੇ। ਤੇ ਸਾਹਿਬ ਕਹਿੰਦੇ ਨੇ ਵੀ ਜੀਵ ਦੇ ਚੰਗੇ ਤੇ ਮਾੜੇ ਕਰਮ ਜਿਹੜੇ ਨੇ ਉਹ ਲਿਖਦੇ ਨੇ। ਲਿਖ ਲਿਖ ਧਰਮ ਵਿਚਾਰੇ, ਉਹਨਾਂ ਦੇ ਲਿਖੇ ਹੋਏ
ਉਹ ਚੰਗੇ ਤੇ ਮਾੜੇ ਕਰਮ ਮਨੁੱਖ ਦੇ ਉਹ ਧਰਮ ਰਾਜਾ ਜਿਹੜਾ ਹੈ ਵਿਚਾਰਦਾ ਹੈ। ਉਹ ਜਿੱਤਰ ਗੁਪਤ ਵੀ ਜਿਹੜਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਪਰਮੇਸ਼ਰ ਨੂੰ ਗਾ ਰਿਹਾ ਹੈ। ਅੱਗੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਗਾਵਣ ਤੁਧਨੂੰ ਈਸ਼ਰ ਬਰਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਜਦੋਂ ਆਪਾਂ ਸਵੇਰ ਦਾ ਵਕਤ ਪਾਠ ਕਰਾਂਗੇ, ਉੱਥੇ ਸ਼ਬਦ ਹੈ ਬਰਮਾ, ਬੱਬਾ ਰਾਰਾ, ਮੰਮੀ ਨੂੰ ਕਰਨਾ ਬਰਮਾ। ਪਰ ਇੱਥੇ ਹੈਗਾ ਬੱਬੇ ਦੇ ਪੈਰ ਚ ਰਾਰਾ, ਹਾਹਾ, ਤੇ ਮੰਮੀ ਨੂੰ ਕਰਨਾ ਬਰਮਾ। ਇਹ ਵੀ ਧਿਆਨ ਰੱਖਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਸ ਮਾਲਕ ਪਰਮੇਸ਼ਰ ਨੂੰ ਈਸ਼ਰ, ਬ੍ਰਹਮਾ, ਦੇਵੀ, ਉਹ ਜਿਹੜੇ ਨੇ ਸਾਰੇ ਪਰਮੇਸ਼ਰ ਨੂੰ ਗਾ ਰਹੇ ਨੇ। ਸੋਹਣ ਤੇਰੇ ਸਦਾ ਸਵਾਰੇ, ਸਦਾ ਸਵਰੇ ਹੋਏ, ਸੋਹਣੇ ਲੱਗਣ ਵਾਲੇ ਈਸ਼ਰ, ਬ੍ਰਹਮਾ ਤੇ ਦੇਵੀ, ਉਹ ਵੀ ਪਰਮੇਸ਼ਰ ਨੂੰ ਗਾ ਰਹੇ ਨੇ। ਗਾਵਣ ਤੁਧਨੂੰ ਇੰਦਰ, ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਸ ਪਰਮੇਸ਼ਰ ਨੂੰ ਇੰਦਰ, ਇੰਦਰਾਸਣ, ਇੰਦਰਾਸਣ ਦਾ ਮਤਲਬ ਹੈ ਇੰਦਰ ਦਾ ਸਿੰਘਾਸਣ। ਇੰਦਰ ਜਿਹੜਾ ਹੈ ਸਿੰਘਾਸਣ ਦੇ ਉੱਤੇ ਬੈਠਾ ਹੋਇਆ, ਉਹਦੇ ਨਾਲ ਦੇਵਤੇ ਨੇ ਤੇ ਉਹ ਵੀ ਪਰਮੇਸ਼ਰ ਨੂੰ ਗਾ ਰਿਹਾ ਹੈ। ਗਾਵਣ ਤੁਧਨੂੰ ਸਿੱਧ ਸਮਾਧੀ ਅੰਦਰ, ਗਾਵਣ ਤੁਧਨੂੰ ਸਾਧ ਵਿਚਾਰੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸਿੱਧ ਜਿਹੜੇ ਨੇ ਉਹ ਸਮਾਧੀਆਂ ਲਾ ਕੇ, ਸਮਾਧੀਆਂ ਦੇ ਅੰਦਰ ਉਸ ਮਾਲਕ ਨੂੰ ਗਾ ਰਹੇ ਨੇ। ਸਾਧ ਵਿਚਾਰੇ, ਸਾਧ ਜਿਹੜੇ ਨੇ, ਭਲੇ ਪੁਰਸ਼ ਜਿਹੜੇ ਨੇ, ਉਹ ਵੀ ਪਰਮੇਸ਼ਰ ਨੂੰ ਗਾ ਰਹੇ ਨੇ। ਗਾਵਣ ਤੁਧਨੂੰ ਜਤੀ ਸਤੀ ਸੰਤੋਖੀ, ਗਾਵਣ ਤੁਧਨੂੰ ਵੀਰ ਕਰਾਰੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਉਸ ਮਾਲਕ ਨੂੰ ਜਤੀ, ਸਤੀ ਤੇ ਸੰਤੋਖੀ, ਭਾਵ ਜਤ ਦੇ ਵਿੱਚ, ਪੂਰੇ ਸਤ ਦੇ ਵਿੱਚ, ਜਿਨ੍ਹਾਂ ਨੇ ਆਪਣੇ ਇੰਦਰੀਆਂ ਨੂੰ ਵਿਕਾਰਾਂ ਦੇ ਵਿੱਚੋਂ ਕੱਢ ਲਿਆ ਹੈ, ਜਤੀ। ਸਤੀ ਦਾ ਮਤਲਬ ਦਾਨੀ, ਸੰਤੋਖੀ ਦਾ ਮਤਲਬ ਜਿਨ੍ਹਾਂ ਨੇ ਸੰਤੋਖ ਧਾਰਨ ਕਰ ਲਿਆ, ਉਹ ਸੰਤੋਖੀ, ਉਹ ਵੀ ਪਰਮੇਸ਼ਰ ਨੂੰ ਗਾ ਰਹੇ ਨੇ। ਗਾਵਣ ਤੁਧਨੂੰ ਵੀਰ ਕਰਾਰੇ। ਵੀਰ ਦਾ ਮਤਲਬ ਸੂਰਮੇ, ਕਰਾਰੇ ਦਾ ਮਤਲਬ ਤਕੜੇ। ਤਕੜੇ ਸੂਰਮੇ ਜਿਹੜੇ ਐ, ਉਹ ਵੀ ਪਰਮੇਸ਼ਰ ਨੂੰ ਜਿਹੜੇ ਨੇ ਉਹ ਗਾ ਰਹੇ ਨੇ। ਗਾਵਣ ਤੁਧਨੂੰ ਪੰਡਿਤ ਪੜਨ ਰੱਖੀ ਸੁਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੂੰ ਪੰਡਿਤ, ਆਪਾਂ ਸਿੱਧਾ ਹੀ ਸ਼ਬਦ ਪੜ ਜਾਂਦੇ ਨੇ ਪੰਡਤ, ਕਾਲੀ ਦੇ ਵਿੱਚ, ਜਦ ਕਿ ਡੱਡੇ ਨੂੰ ਸਿਹਾਰੀ ਲੱਗੀ ਹੋਈ ਆ, ਪੰਡਿਤ ਪੜਨਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਪੰਡਤ ਦਾ ਮਤਲਬ ਹੁੰਦਾ ਵਿਦਵਾਨ। ਰੱਖੀ ਸੁਰ, ਜਪਜੀ ਸਾਹਿਬ ਦੇ ਵਿੱਚ ਰੱਖੀ ਸਰ ਹੈ, ਔਂਕੜ ਨਹੀਂ ਹੈ ਸੱਸੇ ਨੂੰ, ਇੱਥੇ ਔਂਕੜ ਹੈ। ਇਹ ਵੀ ਧਿਆਨ ਰੱਖਣਾ ਉਚਾਰਨ ਪੱਖ ਤੋਂ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਵੱਡੇ ਵੱਡੀ ਰਿਸ਼ੀ ਮੁਨ, ਪੰਡਤ ਜਿਹੜੇ ਨੇ, ਜੁਗ ਜੁਗ ਦਾ ਮਤਲਬ ਸਦਾ ਹੀ, ਵੇਦਾਂ ਨਾਲੇ, ਵੇਦਾਂ ਨੂੰ ਪੜਨ ਵਾਲੇ ਪੰਡਤ ਜਿਹੜੇ ਨੇ, ਉਹ ਵੀ ਪਰਮੇਸ਼ਰ ਨੂੰ ਜਿਹੜੇ ਨੇ ਉਹ ਗਾ ਰਹੇ ਨੇ। ਗਾਵਣ ਤੁਧਨੂੰ ਮੋਹਣੀਆਂ ਮਨ ਮੋਹਣ, ਸੁਰਗ ਮਛ ਪਿਆਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਗਾਵਣ ਤੁਧਨੂੰ ਮੋਹਣੀਆਂ ਮਨ ਮੋਹਣ, ਮਨ ਨੂੰ ਮੋਹ ਲੈਣ ਵਾਲੀਆਂ ਇਸਤਰੀਆਂ ਜਿਹੜੀਆਂ ਨੇ, ਸੁਰਗ ਮਛ ਪਿਆਲੇ। ਸੁਰਗ ਦਾ ਮਤਲਬ ਸੁਰਗ ਲੋਕ, ਮਛ ਦਾ ਮਤਲਬ ਮਾਤ ਲੋਕ। ਮਛ ਦਾ ਅਰਥ ਮੱਛੀ ਨਹੀਂ ਸਮਝ ਲੈਣਾ, ਮਛ ਦਾ ਅਰਥ ਮਾਤ ਲੋਕ, ਜਿਹਦੇ ਉੱਤੇ ਅਸੀਂ ਰਹਿ ਰਹੇ ਹਾਂ। ਪਿਆਲੇ ਦਾ ਮਤਲਬ ਪਤਾਲ ਲੋਕ, ਧਰਤੀ ਤੋਂ ਥੱਲੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਸੁਰਗ ਮਛ ਤੇ ਪਿਆਲ ਲੋਕ ਦੇ ਮਨ ਨੂੰ ਮੋਹ ਲੈਣ ਵਾਲੀਆਂ ਜਿਹੜੀਆਂ ਇਸਤਰੀਆਂ ਨੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਉਹ ਵੀ ਪਰਮੇਸ਼ਰ ਨੂੰ ਜਿਹੜਾ ਹੈ ਉਹ ਗਾ ਰਹੀਆਂ ਨੇ। ਇੱਥੇ ਤੱਕ ਸਤਿਗੁਰੂ ਮਹਾਰਾਜ ਨੇ ਆਪਣੀ ਸਾਜੀ ਹੋਈ ਕੁਦਰਤ ਜਿਹੜੀ ਹੈ ਉਹਨਾਂ ਦਾ ਜ਼ਿਕਰ ਕੀਤਾ ਹੈ। ਅੱਗੇ ਸਤਿਗੁਰੂ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ ਵੀ ਜਿਹੜੇ ਮਨੁੱਖਾਂ ਵੱਲੋਂ ਤੀਰਥ ਬਣਾਏ ਨੇ, ਜਾਂ ਯੋਧੇ ਨੇ, ਜਾਂ ਖੰਡ ਬ੍ਰਹਿਮੰਡ ਨੇ, ਉਹ ਵੀ ਮਾਲਕ ਨੂੰ ਗਾ ਰਿਹਾ ਹੈ। ਇਹਨਾਂ ਅਗਲੇ ਪਾਵਨ ਤੁਕਾਂ ਦੀ ਵਿਚਾਰ ਜਿਹੜੀ ਹੈ ਇੱਥੋਂ ਹੀ, ਇਸੇ ਟਾਈਮ
ਆਪਾਂ ਕੱਲ ਆਰੰਭ ਕਰਾਂਗੇ ਤੇ ਸ਼ਬਦ ਦੀ ਸਮਾਪਤੀ ਕਰਾਂਗੇ। ਅਤੇ ਨਾਲ ਇਹ ਵੀ ਆਪਾਂ ਯਤਨ ਕਰਾਂਗੇ ਵੀ ਜੇ ਜਿਹੜੇ ਗਾ ਰਹੇ ਨੇ ਇਹਨਾਂ ਨੂੰ ਗਾਉਣ ਦਾ ਮਤਲਬ ਕੀ ਹੈ, ਜੋ ਅਖੀਰਲੇ ਪਾਵਨ ਤੁਕ ਦੇ ਵਿੱਚ ਆਏਗਾ, ਇਹ ਆਪਾਂ ਕੱਲ ਨੂੰ ਵਿਚਾਰ ਸਾਂਝੀ ਕਰਾਂਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਆਪਾਂ ਦਾ ਇਹ ਗਾਵਿਆ ਸੁਣਿਆ ਜਿਹੜਾ ਹੈ ਉਹ ਥਾਂ ਪੈ ਜਾਵੇ, ਸਾਨੂੰ ਸਮਝ ਆ ਜਾਵੇ ਗੁਰਬਾਣੀ ਪੜ੍ਹਦਿਆਂ, ਤੇ ਫਿਰ ਸਾਡਾ ਜੀਵਨ ਸੁਹੇਲਾ ਹੋ ਜਾਏਗਾ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।